ਤੁਸੀਂ ਪੜ੍ਹ ਲਿਖ ਗਏ, ਟੀਚਰ ਤੱਕ ਵੀ ਪਹੁੰਚ ਗਏ, ਡਿਗਰੀਆਂ ਵੀ ਹੱਥ 'ਚ ਲੈ ਲਈਆਂ, ਪਰ ਅੱਜ ਉਸ ਅਨਪੜ੍ਹ ਇਨਸਾਨਾਂ ਦੇ ਨਾਲ ਝੋਨਾ ਲਾ ਰਹੇ ਹੋ। ਪਹਿਲਾਂ ਤਾਂ 12 ਸਾਲ ਦੇ ਵਿੱਚ ਅਸੀਂ ਸੀਨੀਅਰ ਸੈਕੰਡਰੀ ਕੀਤੀ, ਉਸ ਤੋਂ ਬਾਅਦ 3 ਸਾਲ BA ਦੇ ਵਿੱਚ, ਫਿਰ 2 ਸਾਲ B.Ed, ਉਸ ਤੋਂ ਬਾਅਦ ਕੋਚਿੰਗ ਲਈ 1 ਸਾਲ ਟੈਟ ਦੇ, ਉਸ ਤੋਂ ਬਾਅਦ ਟੈਟ ਕਲੀਅਰ ਕੀਤਾ, ਉਸ ਤੋਂ ਬਾਅਦ ਹੁਣ 2 ਸਾਲ MA ਦੇ ਵਿੱਚ। ਇੰਨੇ ਸਾਲ ਦੇ ਵਿੱਚ ਜੇ ਕਿਸੇ ਪ੍ਰੋਫੈਸ਼ਨ ਨੂੰ ਫੜਿਆ ਹੁੰਦਾ ਤਾਂ ਅੱਜ ਨੂੰ ਪ੍ਰੋਫੈਸ਼ਨਲਿਸਟ ਹੁੰਦੇ। ਤੁਸੀਂ ਇਕੱਲੀ ਬਿਲਡਿੰਗ ਬਣਾਤੀ ਸੀ, ਬਿਲਡਿੰਗ ਦੇ ਪੱਖੋਂ ਤੁਸੀਂ ਸਮਾਰਟ ਸਕੂਲ ਬਣਾਤੇ। ਕੀ ਬਿਲਡਿੰਗ ਆ ਜਿਹੜੀ ਉਹ ਬੱਚਿਆਂ ਨੂੰ ਪੜ੍ਹਾ ਦੂ? ਬੱਚਿਓ ਤੁਸੀਂ ਪੜ੍ਹ ਲਓ, ਤੁਹਾਡੀ ਜ਼ਿੰਦਗੀ ਬਣ ਜੂ। ਤਾਂ ਅੱਗੇ ਤੋਂ ਇੱਕ ਛੋਟੀ ਜਿਹੀ ਉਮਰ ਦਾ ਬੱਚਾ ਵੀ ਇਹ ਉੱਤਰ ਦੇ ਕੇ ਚੱਲ ਜਾਂਦਾ ਸੀ ਕਿ ਤੁਸੀਂ ਪਹਿਲਾਂ ਪੜ੍ਹ ਰਹੇ ਹੋ, ਤੁਸੀਂ ਕਿਹੜਾ ਮਾਸਟਰ ਲਾ ਕੇ। ਤੀਰ ਮਾਰਨ ਵਾਲੀ ਜਾਂ ਤਲਵਾਰ ਮਾਰਨ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਕੋਈ ਕੋਲ ਦੀ ਜਾਂਦਾ ਤੇ ਛੇੜ ਕੇ ਟੱਪਦਾ ਕਿ ਮਾਸਟਰ ਜੀ ਕੀ ਹਾਲ ਹੈ। ਤਾਂ ਜਦੋਂ ਮਾਸਟਰ ਜੀ ਕਹਿੰਦੇ ਇੱਕ ਵਾਰੀ ਦਿਲ 'ਚ ਖਿੱਚ ਜੀ ਪੈਂਦੀ ਹੈ ਕਿ ਦੇਖੋ ਸਤਿ ਸ਼੍ਰੀ ਅਕਾਲ ਜੀ। ਹਮਦਰਦ TV ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਅੱਜ ਕੱਲ੍ਹ ਹਰ ਮਾਪਿਆਂ ਦੀ ਖੁਆਇਸ਼ ਹੁੰਦੀ ਹੈ ਕਿ ਮੇਰਾ ਬੱਚਾ ਪੜ੍ਹ ਲਿਖ ਕੇ ਚੰਗੀ ਨੌਕਰੀ ਕਰੇ, ਚੰਗੇ ਅਹੁਦਿਆਂ 'ਤੇ ਬੈਠੇ ਔਰ ਆਪਣੀ ਚੰਗੀ ਜ਼ਿੰਦਗੀ ਬਸਰ ਕਰੇ। ਕਹਿੰਦੇ ਨੇ ਕਿ ਜੇਕਰ ਇਨਸਾਨ ਪੜ੍ਹ ਲਿਖ ਜਾਂਦਾ ਹੈ ਤਾਂ ਹਰ ਦੇਸ਼, ਹਰ ਕੰਟਰੀ 'ਚ ਜਾ ਸਕਦਾ ਹੈ, ਹਰ ਭਾਸ਼ਾ ਸਿੱਖ ਸਕਦਾ ਹੈ। ਜਿਹੜਾ ਇਨਸਾਨ ਪੜ੍ਹਿਆ ਹੁੰਦਾ ਹੈ ਉਹਨੂੰ ਕਦੇ ਜ਼ਿੰਦਗੀ 'ਚ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ, ਉਹਨੂੰ ਕਿਤੇ ਨਾ ਕਿਤੇ ਰੁਜ਼ਗਾਰ ਜ਼ਰੂਰ ਮਿਲ ਜਾਂਦਾ। ਬੇਸ਼ੱਕ ਉਹਨੂੰ ਸਰਕਾਰਾਂ ਨੌਕਰੀ ਨਾ ਦੇਣ, ਪਰ ਉਸ ਤਰ੍ਹਾਂ ਦੀ ਉਸਦੀ ਯੋਗਤਾ ਅਨੁਸਾਰ ਉਹਨੂੰ ਪ੍ਰਾਈਵੇਟ ਨੌਕਰੀ ਕਿਤੇ ਨਾ ਕਿਤੇ ਮਿਲ ਜਾਂਦੀ ਹੈ। ਆਮ ਤੌਰ 'ਤੇ ਕਹਿੰਦੇ ਨੇ ਕਿ ਐਸ਼ ਕਰਨ ਲਈ ਮਾਸਟਰੀ ਅਤੇ ਪੈਸਾ ਕਮਾਉਣ ਲਈ ਡਾਕਟਰੀ 'ਚ ਕਿੰਨਾ ਕੁ ਪੈਸਾ ਕਮਾਇਆ ਜਾ ਸਕਦਾ ਹੈ ਇਹ ਤਾਂ ਅਸੀਂ ਨਹੀਂ ਦੱਸ ਕਹਿ ਸਕਦੇ, ਪਰ ਜਿਹੜੀ ਐਸ਼ ਕਰਨ ਵਾਲੀ ਗੱਲ ਹੈ ਕਿ ਮਾਸਟਰੀ ਐਸ਼ ਕਰਨ ਵਾਲੀ ਹੈ। ਅੱਜ ਇੱਕ ਤੁਹਾਡੀ ਮਾਸਟਰ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਉਹ ਕਿੰਨੀ ਕੈਸ਼ ਕਰਦਾ ਹੈ। ਮਾਸਟਰਾਂ ਨੂੰ ਕੁਰਸੀ 'ਤੇ ਬੈਠੇ ਹੋਣਾ ਚਾਹੀਦਾ ਸੀ, ਬੱਚਿਆਂ ਨੂੰ ਪੜ੍ਹਾਉਂਦੇ ਹੋਣਾ ਚਾਹੀਦਾ ਸੀ, ਪਰ ਉਹ ਮਾਸਟਰ ਅੱਜ ਜੱਟਾਂ ਦੇ ਖੇਤਾਂ 'ਚ ਝੋਨਾ ਲਾ ਰਿਹਾ। ਤੁਹਾਡੀ ਅੱਜ ਮੁਲਾਕਾਤ ਅੰਮ੍ਰਿਤਪਾਲ ਸਿੰਘ ਹੋਣਾ ਨਾਲ ਕਰਵਾਉਣ ਜਾ ਰਹੇ ਹਾਂ, ਜੋ ਕਿ ਬਖਸ਼ੀਵਾਲਾ ਪਿੰਡ ਤੋਂ ਨੇ, ਜ਼ਿਲ੍ਹਾ ਮਾਨਸਾ ਇਹਨਾਂ ਨੂੰ ਲੱਗਦਾ ਹੈ। ਅਸੀਂ ਇਹਨਾਂ ਕੋਲ ਪਹੁੰਚੇ, ਇਹਨਾਂ ਬਾਰੇ ਪਤਾ ਲੱਗਿਆ। ਮਾਸਟਰ ਜੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ। ਮਾਸਟਰ ਜੀ, ਤੁਸੀਂ ਤਾਂ ਕੁਰਸੀ 'ਤੇ ਬੈਠ ਕੇ ਬੱਚੇ ਪੜ੍ਹਾਉਣੇ ਸੀ, ਪਰ ਅੱਜ ਇੰਨੀ ਧੁੱਪ, ਇੰਨੀ ਗਰਮੀ, ਗਰਮ ਪਾਣੀ 'ਚ ਝੋਨਾ ਲਾ ਰਹੇ ਹੋ, ਕੀ ਕਾਰਨ? ਕਾਰਨ ਤਾਂ ਜੀ ਜਿਹੜੇ ਸਰਕਾਰ ਦੀਆਂ ਨੀਤੀਆਂ ਨੇ ਉਹ ਬੰਦੇ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੇ ਲਈ ਮਜਬੂਰ ਕਰ ਦਿੰਦੇ ਨੇ, ਕਿਉਂਕਿ ਪੇਟ ਪਾਲਣਾ ਹਰ ਇੱਕ ਬੰਦੇ ਦੀ ਮਜਬੂਰੀ ਹੈ, ਆਪਣਾ ਪੇਟ ਵੀ ਅਤੇ ਪਰਿਵਾਰ ਦਾ ਵੀ। ਅਤੇ ਪੇਟ ਪਾਲਣ ਦੇ ਲਈ ਹੱਥ ਦੇ ਵਿੱਚ 4 ਪੈਸੇ ਜਾਂ 4 ਛੱਲੜ ਹੋਣੇ ਜ਼ਰੂਰੀ ਹੈ। ਪਰ ਪਤਾ ਹੈ ਆਪਾਂ ਨੂੰ ਕਿ ਪਿਛਲੇ ਸਮੇਂ ਤੋਂ ਲੋਕਡਾਊਨ ਚੱਲ ਰਿਹਾ, ਉਸ ਨੇ ਜਿਹੜੇ ਸਾਡੇ ਵਰਗਾ ਮਜ਼ਦੂਰ ਵਰਗ ਹੈ ਉਹਦੀ ਹਾਲਤ ਜਿਹੜੀ ਹੋਰ ਵੀ ਜ਼ਿਆਦਾ ਡਾਊਨ ਕਰ ਦਿੱਤੀ ਹੈਗੀ। ਇਸ ਦੇ ਉਲਟ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਸਾਡੇ ਵਰਗੇ ਜਿਹੜੇ ਚੰਗੇ ਪੜ੍ਹੇ ਲਿਖੇ, ਯੋਗਤਾ ਪ੍ਰਾਪਤ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਦਿੱਤਾ ਤਾਂ ਕਿ ਉਹ ਆਪਣੇ ਪਰਿਵਾਰ ਦਾ ਜਿਹੜਾ ਪੇਟ ਹੈ ਉਹਨੂੰ ਉਹ ਭਰ ਸਕਣ ਅਤੇ ਆਪਣੇ 2 ਟਾਈਮ ਦੀ ਜਿਹੜੀ ਰੋਟੀ ਆ ਉਹ ਕਮਾ ਸਕਣ। ਅਤੇ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੇ ਲਈ ਭਾਵੇਂ ਕਿ ਮੈਂ ਇੱਕ ਟੀਚਰ ਦੀ ਲੱਗਣ ਦੇ ਲਈ ਮਤਲਬ ਇਹਦੇ ਜਿਹੜਾ ਪੜ੍ਹ ਨਹੀਂ ਪਾਉਂਦਾ, ਕਿਤੇ ਨਾ ਕਿਤੇ ਘਰ ਦੀਆਂ ਕੋਈ ਮਜਬੂਰੀਆਂ ਹੁੰਦੀਆਂ, ਘਰ ਦੀਆਂ 100 ਤੰਗੀਆਂ ਹੁੰਦੀਆਂ, ਪੜ੍ਹ ਨਹੀਂ ਪਾਉਂਦਾ, ਉਹ ਜਦੋਂ ਦੂਜੇ ਨੂੰ ਦੇਖਦਾ ਪੜ੍ਹੇ ਲਿਖੇ ਨੂੰ, ਕੋਈ ਟੀਚਰ ਹੁੰਦਾ, ਕੋਈ ਪੁਲਿਸ 'ਚ ਹੁੰਦਾ, ਕੋਈ ਆਰਮੀ 'ਚ ਹੁੰਦਾ, ਕਿਤੇ ਨਾ ਕਿਤੇ ਮਨ 'ਚ ਨਿਰਾਸ਼ਾ ਹੁੰਦੀ ਹੈ, ਯਾਰ ਮੈਂ ਵੀ ਇਹਦੇ ਵਾਂਗੂ ਪੜ੍ਹ ਜਾਂਦਾ ਅਤੇ ਅੱਜ ਮੈਂ ਵੀ ਇਹਦੇ ਵਾਂਗੂ ਆਹ ਵਰਦੀ ਪਾ ਕੇ ਅਤੇ ਐਸ਼ ਆਰਾਮ ਦੀ ਜ਼ਿੰਦਗੀ ਬਤੀਤ ਕਰਨੀ ਸੀ। ਤੁਸੀਂ ਪੜ੍ਹ ਲਿਖ ਗਏ, ਟੀਚਰ ਤੱਕ ਵੀ ਪਹੁੰਚ ਗਏ, ਡਿਗਰੀਆਂ ਵੀ ਹੱਥ 'ਚ ਲੈ ਲਈਆਂ, ਪਰ ਅੱਜ ਉਸ ਅਨਪੜ੍ਹ ਇਨਸਾਨਾਂ ਦੇ ਨਾਲ ਝੋਨਾ ਲਾ ਰਹੇ ਹੋ। ਕਿਤੇ ਨਾ ਕਿਤੇ ਦੁੱਖ ਮਹਿਸੂਸ ਨਹੀਂ ਹੁੰਦਾ ਵੀ ਜੇ ਆਪਾਂ ਨਾ ਪੜ੍ਹਦੇ ਤਾਂ ਵੀ ਝੋਨਾ ਲਾਉਣਾ ਸੀ, ਜੇ ਪੜ੍ਹ ਲਏ ਤਾਂ ਵੀ ਝੋਨਾ ਲਾ ਰਹੇ? ਜੀ ਬਿਲਕੁਲ, ਮਨ ਦੇ ਵਿੱਚ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਅਸੀਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ, ਸਿੱਖਿਆ ਪ੍ਰਾਪਤ ਕਰਨ ਦੇ ਲਈ ਪਹਿਲਾਂ ਤਾਂ 12 ਸਾਲ ਦੇ ਵਿੱਚ ਅਸੀਂ ਸੀਨੀਅਰ ਸੈਕੰਡਰੀ ਕੀਤੀ, ਉਸ ਤੋਂ ਬਾਅਦ 3 ਸਾਲ BA ਦੇ ਵਿੱਚ, ਫਿਰ 2 ਸਾਲ B.Ed, ਉਸ ਤੋਂ ਬਾਅਦ ਕੋਚਿੰਗ ਲਈ 1 ਸਾਲ ਟੈਟ ਦੇ,
ਉਸ ਤੋਂ ਬਾਅਦ ਟੈਟ ਕਲੀਅਰ ਕੀਤਾ, ਉਸ ਤੋਂ ਬਾਅਦ ਹੁਣ 2 ਸਾਲ MA ਦੇ ਵਿੱਚ। ਇੰਨੇ ਸਾਲ ਦੇ ਵਿੱਚ ਜੇ ਕਿਸੇ ਪ੍ਰੋਫੈਸ਼ਨ ਨੂੰ ਫੜਿਆ ਹੁੰਦਾ ਤਾਂ ਅੱਜ ਨੂੰ ਪ੍ਰੋਫੈਸ਼ਨਲਿਸਟ ਹੁੰਦੇ, ਇਸ ਕਿਸੇ ਕੰਮ ਦੇ ਵਿੱਚ ਬਿਲਕੁਲ ਪਰਫੈਕਟ ਹੋਏ ਹੁੰਦੇ। ਅਤੇ ਇਹ ਗੱਲ ਸੋਚ ਕੇ ਬਿਲਕੁਲ ਮਨ ਜਿਹੜਾ ਉਦਾਸ ਹੁੰਦਾ ਕਿ ਸਟੱਡੀ ਨੂੰ ਛੱਡ ਕੇ ਜੇ ਕਿਸੇ ਹੋਰ ਪਾਸੇ ਜਾਂ ਕੋਈ ਹੱਥਾਂ ਦਾ ਕੋਈ ਕੰਮ ਕੀਤਾ ਹੁੰਦਾ, ਕਿਉਂਕਿ ਮਜ਼ਦੂਰ ਵਰਗ ਹੈ ਜਿਹੜਾ ਉਹ ਹੱਥਾਂ ਦੇ ਕੰਮ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ। ਆਰਥਿਕ ਹਾਲਤ ਜਿਹੜੀ ਇਹੋ ਜਿਹੀ ਨਹੀਂ ਹੁੰਦੀ ਕਿ ਆਪਣਾ ਬਿਜ਼ਨਸ ਤੋਰਿਆ ਜਾ ਸਕੇ, ਤਾਂ ਇਹ ਗੱਲ ਜ਼ਰੂਰ ਸੋਚੀ ਦੀ ਹੈ ਵੀ ਜੇ ਕਿਤੇ ਆਪਣੇ ਹੱਥਾਂ ਦਾ ਕੰਮ ਕੀਤਾ ਹੁੰਦਾ ਤਾਂ ਹੋ ਸਕਦਾ ਹੈ ਕਿਤੇ ਆਪਣਾ ਕਾਮਯਾਬ ਹੋਏ ਹੁੰਦੇ ਜ਼ਿੰਦਗੀ ਦੇ ਵਿੱਚ, ਸਿਵਾਏ ਇਸ ਪਾਸੇ ਜਾਏ ਤੋਂ। ਸਾਡਾ ਜਿਹੜਾ ਮੇਰਾ ਮਨ ਹੈ ਜਿਹੜਾ ਉਹ ਉਹਨਾਂ ਨਾਲੋਂ ਜ਼ਿਆਦਾ, ਉਹਨਾਂ ਅਨਪੜ੍ਹਾਂ ਨਾਲੋਂ ਜ਼ਿਆਦਾ ਉਦਾਸ ਹੁੰਦਾ ਹੈ ਕਿ ਇਹ ਤਾਂ ਚਲੋ ਇਹ ਸੋਚਦੇ ਆ ਕਿ ਅਸੀਂ ਨਹੀਂ ਪੜ੍ਹੇ ਤਾਂ ਅਸੀਂ ਇੱਥੇ ਫਿਰਦੇ ਹਾਂ, ਪਰੰਤੂ ਅਸੀਂ ਸਰਕਾਰ ਦੀਆਂ ਜਿਹੜੀਆਂ ਬੁਨਿਆਦੀ ਜਿਹੜੀਆਂ ਯੋਗਤਾਵਾਂ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਬਾਵਜੂਦ ਵੀ ਉਹਨਾਂ ਅਨਪੜ੍ਹਾਂ ਦੇ ਨਾਲ ਹੀ ਫਿਰ ਰਹੇ ਹਾਂ। ਇਹ ਗੱਲ ਹੈ ਜਿਹੜੀ ਬਿਲਕੁਲ ਮਨ ਨੂੰ ਝੰਜੋੜਦੀ ਰਹਿੰਦੀ ਹੈ। ਇੰਨਾ ਸਾਲ ਤੁਸੀਂ 18-19 ਸਾਲ ਜ਼ਿੰਦਗੀ ਦੇ ਖਰਾਬ ਕੀਤੇ। ਇੱਕ ਮੰਨ ਲਓ ਜਦੋਂ ਅੱਜ ਹੱਥ 'ਚ ਨੌਕਰੀ ਨਹੀਂ, ਕੋਈ ਰੁਜ਼ਗਾਰ ਨਹੀਂ ਚੰਗਾ, ਜੋ ਸਰਕਾਰ ਕਹਿ ਰਹੀ ਆ ਉਹ ਹੋ ਨਹੀਂ ਰਿਹਾ, ਪਰ ਇੰਨੇ ਸਾਲਾਂ ਦੇ ਵਿੱਚ ਤੁਸੀਂ ਕਹਿ ਰਹੇ ਕੋਈ ਕੰਮ ਸਿੱਖ ਜਾਂਦੇ, ਕਿਤੇ ਹੱਥਾਂ ਦੀ ਮਿਹਨਤ ਹੁੰਦੀ, ਕੋਈ ਅੱਜ ਨਾ ਕਿੱਤੇ ਦੇ ਵਿੱਚ ਤੁਸੀਂ ਲੱਗੇ ਹੋਣਾ ਸੀ। ਕਹਿੰਦੇ ਨੇ ਕਿ ਐਸੀ ਭਾਈਚਾਰੇ ਨੂੰ ਸਭ ਤੋਂ ਪਹਿਲ ਆਧਾਰ 'ਤੇ ਨੌਕਰੀ ਦਿੱਤੀ ਜਾਂਦੀ ਹੈ। ਤੁਸੀਂ ਐਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਹੋ, ਯੋਗਤਾ ਵੀ ਹੈ, ਪੜ੍ਹੇ ਲਿਖੇ ਵੀ ਹੋ, ਡਿਗਰੀ ਵੀ ਹੱਥ 'ਚ ਲੈ ਲਈ, ਪਰ ਫਿਰ ਵੀ ਐਸੀ ਭਾਈਚਾਰੇ ਨੂੰ ਨੌਕਰੀ ਨਹੀਂ ਮਿਲ ਰਹੀ। ਦੇਖੋ ਜੀ, ਨੌਕਰੀ ਤਾਂ ਮਿਲਣੀ ਕਿ ਪ੍ਰੈਫਰੈਂਸ ਜ਼ਰੂਰ ਹੈ ਜਿਹੜੀ SC ਨੂੰ ਦਿੱਤੀ ਜਾਂਦੀ ਹੈ, ਪਰ ਪ੍ਰੈਫਰੈਂਸ ਦਿੱਤੀ ਉਦੋਂ ਜਾਊਗੀ ਜਦੋਂ ਵੈਕੈਂਸੀ ਕੱਢੀ ਜਾਊਗੀ। ਸਰਕਾਰ ਹੈ ਜਿਹੜੀ ਸਰਕਾਰ ਉਹ ਵੈਕੈਂਸੀ ਦੇ ਹੀ ਨਹੀਂ ਰਹੀ। 2018 ਦੇ ਵਿੱਚ ਮੇਰਾ ਜਿਹੜਾ ਟੈਟ ਆ ਉਹ ਕਲੀਅਰ ਹੋ ਗਿਆ ਸੀਗਾ, ਉਸ ਤੋਂ ਬਾਅਦ ਜਿਹੜੀ ਟੀਚਰ ਦੀ ਕੋਈ ਵੀ ਪੋਸਟ ਨਹੀਂ ਆਈ। ਹੁਣ ਜਿਹੜੀਆਂ ਪੋਸਟਾਂ ਕੱਢੀਆਂ ਨੇ 60 ਪੋਸਟਾਂ ਜਿਹੜੀਆਂ ਪੰਜਾਬੀ ਦੀਆਂ ਦਿੱਤੀਆਂ ਨੇ, ਜਾਂ SST ਦੀਆਂ ਜਿਹੜੀਆਂ 52 ਪੋਸਟਾਂ ਜਿਹੜੀਆਂ ਦਿੱਤੀਆਂ ਨੇਗੀਆਂ, ਪੋਸਟਾਂ ਇੰਨੀਆਂ ਘੱਟ ਨੇ ਅਤੇ ਕੈਂਡੀਡੇਟ ਇੰਨੇ ਜ਼ਿਆਦਾ। 60,000 ਦੇ ਲਗਭਗ ਜਿਹੜਾ ਕੈਂਡੀਡੇਟ ਆ ਟੈਟ ਕਲੀਅਰ ਹੈ, ਤਾਂ ਮੰਨ ਲਓ 1,000 ਦੇ ਪਿੱਛੇ ਇੱਕ ਪੋਸਟ ਆਉਂਦੀ ਹੈ। ਸਮਝ ਜੀ, ਇਹ ਤਾਂ ਉਦੋਂ ਵੀ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਸਰਕਾਰ ਹੈ ਜਿਹੜੀ ਨੌਕਰੀ ਤਾਂ ਦੇ ਹੀ ਨਹੀਂ ਰਹੀ। ਉਸ ਤੋਂ ਇਲਾਵਾ ਜਿਹੜੀ ਮਖੌਲ ਦੀ ਇੱਕ ਗੱਲ ਕੀਤੀ ਜਾ ਰਹੀ ਹੈ ਕਿ 2 ਬਿੱਲੀਆਂ ਦੇ ਵਿਚਾਲੇ ਇੱਕ ਰੋਟੀ ਡਿੱਗਣ ਵਾਲਾ ਕੰਮ ਕਰਤਾ ਕਿ 1000 ਬੰਦੇ ਦੇ ਪਿੱਛੇ ਇੱਕ ਪੋਸਟ ਹੈ ਜਿਹੜੀ ਉਹ ਦਿੱਤੀ ਜਾਊਗੀ। ਹਾਲਾਂਕਿ ਹਰੇਕ ਸਕੂਲ ਦੇ ਵਿੱਚ ਜੇ ਆਪਾਂ ਜਾ ਕੇ ਦੇਖਾਂਗੇ, ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਪਾਂ ਜਾ ਕੇ ਦੇਖਾਂਗੇ ਕਿ ਹਰੇਕ ਸਕੂਲ ਦੇ ਵਿੱਚ ਘੱਟੋ ਘੱਟ 5 ਤੋਂ 7 ਜਿਹੜੀਆਂ ਪੋਸਟਾਂ ਨੇ ਉਹ ਵੈਕੈਂਟ ਪਈਆਂ ਨੇਗੀਆਂ। ਫਿਰ ਵੀ ਸਰਕਾਰ ਹੈ ਜਿਹੜੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੀ ਹੈ, ਅਤੇ ਸਰਕਾਰ ਇੱਕ ਪਾਸੇ ਤਾਂ ਦਾਅਵਾ ਕਰਦੀ ਹੈ ਕਿ ਅਸੀਂ 100% ਜਿਹੜਾ ਲਿਟਰੇਸੀ ਰੇਟ ਦੇਣਾ ਹੈ, 100% ਰਿਜ਼ਲਟ ਹੈ ਜਿਹੜਾ ਉਹ ਦੇਣਾ ਗਾ। ਉਹ ਕਿਵੇਂ ਦਿੱਤਾ ਜਾਊਗਾ? ਤੁਸੀਂ ਇਕੱਲੀ ਬਿਲਡਿੰਗ ਬਣਾਤੀ, ਬਿਲਡਿੰਗ ਦੇ ਪੱਖੋਂ ਤੁਸੀਂ ਸਮਾਰਟ ਸਕੂਲ ਬਣਾਤੇ, ਕੀ ਬਿਲਡਿੰਗ ਹੈ ਜਿਹੜੀ ਉਹ ਬੱਚਿਆਂ ਨੂੰ ਪੜ੍ਹਾ ਦਊਗੀ? ਪੜ੍ਹਾਉਣ ਦੇ ਲਈ ਤਾਂ ਇੱਕ ਟੀਚਰ ਆ ਜਿਹੜਾ ਉਹ ਜ਼ਰੂਰੀ ਹੈਗਾ। ਟੀਚਰ ਹੈ ਨਹੀਂ ਗੇ, ਇਕੱਲੀ ਬਿਲਡਿੰਗ ਦੇ ਨਾਲ ਜਿਹੜਾ ਆਪਾਂ 100% ਰਿਜ਼ਲਟ ਨਹੀਂ ਦੇ ਸਕਦੇ। ਕੀ ਕਾਰਨ ਸਮਝਦੇ ਹੋ? ਬਿਲਡਿੰਗਾਂ ਹੈ ਤੁਸੀਂ ਕਹਿੰਦੇ ਹੋ, ਟੀਚਰ ਨਹੀਂ। ਟੀਚਰ ਪੜ੍ਹੇ ਲਿਖੇ ਧੱਕੇ ਖਾਂਦੇ ਫਿਰਦੇ ਆ ਰੁਜ਼ਗਾਰ ਲਈ, ਪਾਣੀ ਦੀਆਂ ਵਿਛਾੜਾਂ ਪੈਂਦੀਆਂ, ਧਰਨੇ ਲਾਉਂਦੇ ਆ, ਮੁਜ਼ਾਹਰੇ ਕਰਦੇ ਫਿਰਦੇ ਆ। ਤੁਸੀਂ ਇੰਨਾ ਸੰਘਰਸ਼ ਕਰ ਰਹੇ ਹੋ, ਕੀ ਕਾਰਨ ਹੈ? ਕਿੱਥੇ ਇਹਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਤੇ ਨਾਕਾਮੀ ਕਿਹਦੀ ਮੰਨਦੇ ਹੋ? ਇਸ ਦੇ ਵਿੱਚ ਸਭ ਤੋਂ ਵੱਡੀ ਨਲਾਇਕੀ ਤੇ ਜਿਹੜੀ ਨਾਕਾਮੀ ਆ ਉਹ ਸਰਕਾਰਾਂ ਦੀ ਹੈ, ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਪੜ੍ਹਿਆ ਲਿਖਿਆ ਜਿਹੜਾ ਵਰਗ ਹੈਗਾ ਉਹਨੂੰ ਉਹਨਾਂ ਦੀ ਯੋਗਤਾ ਦੇ ਆਧਾਰ 'ਤੇ ਨੌਕਰੀ ਦਿੱਤੀ ਜਾਵੇ। ਇਹਦੇ ਵਿੱਚ ਦੇਖੋ ਇੱਕ ਪਾਸੇ ਤਾਂ ਜਿਹੜੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਮਿਲੇਗਾ, ਦੂਸਰੇ ਪਾਸੇ ਜਿਹੜੇ ਲੋਕ ਆ ਉਹਨਾਂ ਨੂੰ ਚੰਗੀ ਸੇਵਾ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਪਰ ਸਾਡੀ ਸਰਕਾਰ ਦੀ ਜਿਹੜੀ ਨਲਾਇਕੀ ਹੈ ਕਿ ਜਿਹੜੇ ਲੋਕ ਨੇ ਉਹ ਵੀ ਖੱਜਲ ਖੁਆਰ ਹੋ ਰਹੇ ਨੇ, ਭਾਵੇਂ ਉਹ ਐਜੂਕੇਸ਼ਨ ਡਿਪਾਰਟਮੈਂਟ ਹੈ, ਭਾਵੇਂ ਕੋਈ ਵੀ ਡਿਪਾਰਟਮੈਂਟ ਹੈਗਾ। ਜਿਹੜੀ ਆਮ ਜਨਤਾ ਹੈ ਉਹ ਖੱਜਲ ਖੁਆਰ ਹੋ ਰਹੀ ਹੈਗੀ, ਅਤੇ ਦੂਜੇ ਪਾਸੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਧੱਕੇ ਖਾਂਦੇ ਫਿਰ ਰਹੇ। ਮੈਂ ਸਮਝਦਾ ਕਿ ਸਰਕਾਰ ਦੀ ਜਿਹੜੀ ਇਸ ਤੋਂ ਵੱਡੀ ਨਲਾਇਕੀ ਹੈ ਜਿਹੜੀ ਉਹ ਨਹੀਂ ਹੋ ਸਕਦੀ। ਹਰੇਕ ਸਰਕਾਰ ਹੈ ਜਿਹੜੀ ਉਹ ਪ੍ਰਸ਼ਾਸਨ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰੰਤੂ ਪ੍ਰਸ਼ਾਸਨ 'ਚ ਸੱਤਾ ਦੇ ਵਿੱਚ ਆਉਂਦੇ ਸਾਰੀ ਉਹ ਆਪਣੇ ਵਾਅਦਿਆਂ ਨੂੰ ਜਿਹੜਾ ਮੁੱਕਰ ਜਾਂਦੀ ਹੈ। ਵੋਟਾਂ ਪੈਣ ਤੋਂ ਪਹਿਲਾਂ ਤਾਂ ਹਰੇਕ ਸਰਕਾਰ ਹੈ ਜਿਹੜੀ ਉਹ ਵੱਡੇ ਵੱਡੇ ਮੈਨੀਫੈਸਟੋ ਆ ਜਿਹੜੇ ਦਿਖਾਉਂਦੀ ਹੈ, ਪਰੰਤੂ ਜਦੋਂ ਹੀ ਉਹ ਸੱਤਾ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਮੈਨੀਫੈਸਟੋ ਪਤਾ ਨਹੀਂ ਕਿਹੜੀ ਪੇਟੀ ਦੇ ਵਿੱਚ, ਕਿਹੜੀ ਸੰਦੂਕ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ, ਜਿਹੜਾ ਮੁੜ ਕੇ ਇਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ। ਫਿਰ ਕਾਰਨ ਕੀ ਆ ਅੰਮ੍ਰਿਤ? ਕਾਰਨ ਕੀ ਆ ਇਹਦਾ ਵੀ ਮੈਨੀਫੈਸਟੋ ਦੇਖ ਕੇ ਵੋਟਾਂ ਪਾਉਂਦੇ ਆ, ਵੋਟਾਂ ਤੋਂ ਬਾਅਦ ਮੈਨੀਫੈਸਟੋ ਭੁੱਲ ਜਾਂਦੇ? ਕੋਈ ਵੀ ਸਰਕਾਰ ਆਵੇ, ਸਰਕਾਰ ਬਣਨ ਤੋਂ ਪਹਿਲਾਂ ਹਰ ਉਮੀਦਵਾਰ, ਹਰ ਪਾਰਟੀ ਆਪੋ ਆਪਣੇ ਮੈਨੀਫੈਸਟੋ ਜਾਰੀ ਕਰਦੀ ਆ, ਪਰ ਤੁਸੀਂ ਉਹਨੂੰ ਗਰੰਟੀ ਤੌਰ 'ਤੇ ਕਿਉਂ ਨਹੀਂ ਉਹਨੂੰ ਇੱਕ ਐਪਟੀਟਿਊਡ ਤੌਰ 'ਤੇ ਲਿਆ ਜਾਵੇ ਕਿ ਤੁਸੀਂ ਗਰੰਟੀ ਦਿੰਦੇ ਆ ਕਿ ਵਾਕਈ ਇੰਨੀਆਂ ਨੌਕਰੀਆਂ ਦਿਓਗੇ, ਵਾਕਈ ਇੰਨਾ ਰੁਜ਼ਗਾਰ ਦਿਓਗੇ, ਵਾਕਈ ਜੋ ਮੈਨੀਫੈਸਟੋ 'ਚ ਦੇ ਰਹੇ ਹੋ ਉਹ ਦਿਓਗੇ? ਮੈਂ ਕਹਿੰਦਾ ਇੱਕ ਇਹਨਾਂ ਦੇ ਉੱਪਰ ਇੱਕ ਹਾਈ ਕਮਾਂਡ ਦਾ ਇੱਕ ਬੋਰਡ ਹੈ ਜਿਹੜਾ ਉਹ ਸੰਗਠਿਤ ਕਰਨਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਹੈ ਜਿਹੜਾ ਵੋਟਾਂ ਤੋਂ ਪਹਿਲਾਂ ਕੋਈ ਮੈਨੀਫੈਸਟੋ ਦੇ ਰਹੀ ਹੈਗੀ, ਉਹ ਇੱਕ ਗਰੰਟੀ ਕਾਰਡ ਹੋਵੇ ਕਿ ਜਿਹੜੀ
ਸਰਕਾਰ ਹੈ ਜਿਹੜੇ ਵਾਅਦੇ ਵੋਟਾਂ ਤੋਂ ਪਹਿਲਾਂ ਕਰਦੀ ਹੈ ਉਹ ਬਾਅਦ ਦੇ ਵਿੱਚ ਵੀ ਉਹ ਬੋਰਡ ਨੂੰ ਜਵਾਬਦੇਹ ਹੋਵੇ ਕਿ ਅਸੀਂ ਇਹ ਵਾਅਦੇ ਜਿਹੜੇ ਪੂਰੇ ਕਰ ਰਹੇ ਹਾਂਗੇ। ਜੇ ਉਹ ਸਰਕਾਰ ਉਹ ਨਹੀਂ ਪੂਰੇ ਕਰਦੀ ਤਾਂ ਉਹ ਸਰਕਾਰ ਨੂੰ ਜਿਹੜਾ ਭੰਗ ਕਰਕੇ ਦੁਬਾਰਾ ਤੋਂ ਜਿਹੜੀਆਂ ਇਲੈਕਸ਼ਨ ਉਹ ਕਰਵਾਉਣਾ ਚਾਹੀਦਾ, ਫਿਰ ਹੀ ਜਿਹੜੇ ਇਹ ਸਿਸਟਮ ਹੈ ਉਹਦੇ ਵਿੱਚ ਸੁਧਾਰ ਆਏਗਾ। ਨਹੀਂ ਤਾਂ ਇਹ ਇਸੇ ਤਰ੍ਹਾਂ ਲੋਕਾਂ ਨਾਲ ਜਿਹੜੀ 420 ਧੋਖੇ ਧੜੀ ਹੈ ਉਹ ਚੱਲਦੀ ਰਹੇਗੀ ਕਿ ਵੋਟਾਂ ਲੈਣ ਵੇਲੇ ਕੁਝ ਹੋਰ ਤੇ ਵੋਟਾਂ ਤੋਂ ਬਾਅਦ ਕੁਝ ਹੋਰ ਹੈ ਜਿਹੜੇ ਉਹ ਸਰਕਾਰਾਂ ਬਣਦੀਆਂ ਰਹਿਣਗੀਆਂ। ਜੀ ਅਮਰਤ, ਅੱਜ ਕੱਲ੍ਹ ਤਾਂ ਇੱਕ ਆਮ ਰੁਝਾਨ ਚੱਲ ਪਿਆ, ਕਹਿੰਦੇ +2 ਤੋਂ ਬਾਅਦ ਆਈਲੈਟਸ, ਮੁੰਡਾ ਚਾਹੇ ਕੁੜੀ ਆਈਲੈਟਸ ਕਰਾਓ, ਬਾਹਰ ਭੇਜੋ। ਇੱਥੇ ਕਾਲਜ ਤੇ ਯੂਨੀਵਰਸਿਟੀਆਂ ਧੜ ਬੰਦ ਹੋ ਰਹੀਆਂ, ਤਾਲੇ ਲੱਗ ਰਹੇ ਆ, ਕੋਈ ਪੜ੍ਹਾਉਣਾ ਨਹੀਂ ਚਾਹੁੰਦਾ। ਤੁਸੀਂ ਪੜ੍ਹ ਲਏ ਹੋ, ਪੜ੍ਹ ਗਏ ਹੋ, ਡਿਗਰੀਆਂ ਹੱਥ 'ਚ ਫੜ ਲਈਆਂ, ਨੌਕਰੀ ਨਹੀਂ ਮਿਲ ਰਹੀ। ਕੀ ਕਾਰਨ ਮੰਨਦੇ ਹੋ ਕਿ ਵਿਦੇਸ਼ਾਂ ਨੂੰ ਬੱਚੇ ਭੱਜ ਰਹੇ ਆ, ਤੁਹਾਡੇ ਵਰਗੇ ਬੇਰੁਜ਼ਗਾਰ ਇੱਥੇ ਫਿਰਦੇ ਆ? ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਇੱਥੇ ਸੰਘਰਸ਼ ਕਰ ਰਹੇ ਹੋ, 60,000 ਤੁਹਾਡੇ ਸਾਥੀ ਜਿਹੜਾ ਇੱਥੇ ਸੰਘਰਸ਼ ਕਰ ਰਿਹਾ, ਜੇ ਨਾ ਤੁਹਾਨੂੰ ਮੰਨ ਲਓ ਨੌਕਰੀ ਮਿਲੀ, ਫਿਰ ਆਉਣ ਵਾਲੇ ਸਮੇਂ 'ਚ ਕੀ ਤੁਹਾਡੀ ਜਿਹੜੀ ਰੂਪਰੇਖਾ ਹੋਊਗੀ, ਕੀ ਕਰੋਗੇ ਤੁਸੀਂ? ਦੇਖੋ ਜੀ, ਸਾਡੀ ਜਿਹੜੀ ਯੂਨੀਅਨ ਹੈ ਉਹ ਲਗਾਤਾਰ ਸੰਘਰਸ਼ ਪਹਿਲਾਂ ਵੀ ਕਰਦੀ ਆ ਰਹੀ ਹੈ। 6 ਮਹੀਨਿਆਂ ਤੋਂ ਸਾਡਾ ਸੰਗਰੂਰ ਸ਼੍ਰੀ ਵਿਜੇਂਦਰ ਸਿੰਗਲਾ ਜੀ ਨੇ ਜਿਹੜੇ ਸਾਡੇ ਸਿੱਖਿਆ ਮੰਤਰੀ ਨੇਗੇ, ਉਹਨਾਂ ਦੇ ਸ਼ਹਿਰ ਵਿੱਚ ਲਗਾਤਾਰ 6 ਮਹੀਨੇ ਸਾਡਾ ਜਿਹੜਾ ਪੱਕਾ ਧਰਨਾ ਚੱਲਦਾ ਰਿਹਾ। ਤੇ ਕਰੋਨਾ ਵਾਇਰਸ ਦੇ ਜਿਹੜਾ ਪ੍ਰਕੋਪ ਜਿਹੜਾ ਚੱਲਿਆ ਸੀ ਉਸ ਦੇ ਕਾਰਨ ਸਾਡਾ ਜਿਹੜਾ ਧਰਨਾ ਹੈ ਉਹਨੂੰ ਮੁਲਤਵ ਕਰਨਾ ਪਿਆ। ਤੇ ਹੁਣ ਦੁਬਾਰਾ ਤੋਂ ਫਿਰ ਸਾਡੀ ਜਿਹੜੀ ਯੂਨੀਅਨ ਹੈ ਉਹ ਐਕਟਿਵ ਹੈਗੀ ਤੇ ਦੁਬਾਰਾ ਤੋਂ ਫਿਰ ਸਰਕਾਰ ਦੇ ਵਿਰੁੱਧ ਜਿਹੜੀ ਸੰਘਰਸ਼ ਵਿੱਢਣ ਜਾ ਰਹੀ ਹੈ। ਤੇ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਨੌਜਵਾਨ ਆ ਜਿਹੜੇ ਲਗਾਤਾਰ ਉਹ ਬਾਹਰ +2 ਤੋਂ ਬਾਅਦ ਆਈਲੈਟਸ ਕਰਕੇ ਬਾਹਰ ਦਾ ਰੁਝਾਨ ਆ ਜਿਹੜਾ ਉਹ ਵੱਧਦਾ ਜਾ ਰਿਹਾ। ਮੈਂ ਸਮਝਦਾ ਇਸ ਦੇ ਵਿੱਚ ਵੀ ਜਿਹੜੀ ਸਾਡੀ ਸਰਕਾਰ ਦੀ ਉਹ ਨਲਾਇਕੀ ਹੈਗੀ, ਕਿਉਂਕਿ ਹਰੇਕ ਦੇਸ਼ ਜਾਂ ਕੋਈ ਸੂਬਾ ਹੈ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਜਿਹੜੀ ਉਹ ਉਸ ਦਾ ਯੂਥ ਹੁੰਦਾ ਹੈ, ਉਸ ਦੀ ਜਿਹੜੀ ਮੈਨ ਪਾਵਰ ਹੁੰਦੀ ਹੈਗੀ। ਮੈਨ ਪਾਵਰ ਕੀ ਹੈ? ਜਿਹੜੇ ਸਾਡੇ ਕੰਮ ਕਰਨ ਵਾਲੇ ਬੱਚੇ ਹੈ, ਜਿਹੜੇ ਸਾਡੇ ਸੇਵਾਵਾਂ ਦੇਣ ਵਾਲੇ ਬੱਚੇ ਹੈ ਜਾਂ ਵਿਦਿਆਰਥੀ ਹੈ, ਨੌਜਵਾਨ ਹੈਗੇ, ਉਹ ਸਾਡੀ ਯੂਥ ਪਾਵਰ ਹੈਗੀ। ਤੇ ਉਹੀ ਸਾਡੀ ਜਿਹੜੀ ਯੂਥ ਪਾਵਰ ਹੈ ਉਹ ਬਾਹਰ ਜਾ ਰਹੀ ਹੈ, ਮੈਨ ਪਾਵਰ ਹੈ ਜਿਹੜੀ ਉਹ ਬਾਹਰ ਜਾ ਰਹੀ ਹੈਗੀ। ਤੇ ਮੈਂ ਸਮਝਦਾ ਕਿ ਇੱਕ ਦੇਸ਼ ਹੈ ਜਿਹੜਾ ਇੱਕ ਸੂਬਾ ਹੈਗਾ ਉਹ ਆਪਣੀ ਮੈਨ ਪਾਵਰ ਤੋਂ ਬਿਨਾਂ ਕਦੇ ਵੀ ਤਰੱਕੀ ਦੇ ਰਾਹ 'ਤੇ ਨਹੀਂ ਜਾ ਸਕਦਾ। ਭਾਵੇਂ ਅਸੀਂ ਗੱਲਾਂ ਬਹੁਤ ਵੱਡੀਆਂ ਕਰ ਲਈਏ, ਸਰਕਾਰਾਂ ਨੇ ਜਿਹੜੀਆਂ ਬਹੁਤ ਵੱਡੀਆਂ ਗੱਲਾਂ ਕਰਦੀਆਂ ਨੇ, ਪਰ ਇੱਕ ਮੈਨ ਪਾਵਰ ਤੋਂ ਬਿਨਾਂ ਜਿਹੜੀ ਸਰਕਾਰ ਹੈ ਉਹ ਕਦੇ ਤਰੱਕੀ ਨਹੀਂ ਕਰ ਸਕਦੀ। ਕੋਈ ਸੂਬਾ ਹੈ ਜਿਹੜਾ ਉਹ ਕਦੇ ਤਰੱਕੀ ਨਹੀਂ ਕਰ ਸਕਦਾ, ਕੋਈ ਦੇਸ਼ ਹੈ ਜਿਹੜਾ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਯੋਗ ਜਿਹੜੇ ਬੱਚੇ ਹੈ ਉਹ ਇੱਥੋਂ ਆਈਲੈਟਸ ਕਰਦੇ ਹੈ, ਬਾਹਰ ਦੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੀਆਂ ਸੇਵਾਵਾਂ ਦੇ ਰਹੇ ਹੈ। ਤੁਸੀਂ ਚਾਹੇ ਅਮਰੀਕਾ ਦੇ ਵਿੱਚ ਦੇਖ ਲਓ, ਕੈਨੇਡਾ ਦੇ ਵਿੱਚ ਦੇਖ ਲਓ, ਵੱਡੇ ਜਿਹੜੇ ਦੇਸ਼ ਹੈ, ਵਿਕਸਿਤ ਦੇਸ਼ ਹੈਗੇ, ਉਹਨਾਂ ਦੇ ਵਿੱਚ ਜਾਣ ਦਾ ਜਿਹੜਾ ਰੁਝਾਨ ਹੈ ਉਹ ਵਧਿਆ ਹੋਇਆ। ਕਿਉਂ ਵਧਿਆ ਹੋਇਆ? ਕਿਉਂਕਿ ਉਹਨਾਂ ਨੂੰ ਜਿਹੜੀਆਂ ਫੈਕਲਟੀਆਂ ਨੇ ਉੱਥੋਂ ਦੀ ਸਰਕਾਰ ਹੈ ਜਿਹੜੀ ਫੈਸਿਲਿਟੀ ਹੈ ਜਿਹੜੀ ਉਹ ਜ਼ਿਆਦਾ ਦੇ ਰਹੀ ਹੈਗੀ। ਜੇ ਉਹੀ ਫੈਸਿਲਿਟੀ ਸਾਡੇ ਇੱਥੇ ਮਿਲੇ ਤਾਂ ਮੈਂ ਸਮਝਦਾ ਕਿ ਯੂਥ ਦਾ ਕੋਈ ਦਿਮਾਗ 'ਚ ਕੋਈ ਫਰਕ ਨਹੀਂ ਪਿਆ ਹੈਗਾ ਕਿ ਉਹ ਇੰਨੇ ਪੈਸੇ ਖਰਚ ਕਰਕੇ ਬਾਹਰਲੇ ਦੇਸ਼ ਵੱਲ ਜਾਊਗਾ। ਟੀਚਰ ਹੋਣ ਦੇ ਨਾਂ 'ਤੇ ਤੁਸੀਂ ਮੰਨ ਰਹੇ ਹੋ ਕਿ ਯੂਥ, ਸਾਡਾ ਯੂਥ ਪਾਵਰ, ਯੰਗ ਬੱਚੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਹੋ, ਕਾਲਜਾਂ ਨੂੰ ਜਿੰਦੇ ਲੱਗ ਰਹੇ ਆ, ਯੂਨੀਵਰਸਿਟੀਆਂ ਬੰਦ ਹੋ ਰਹੀਆਂ। ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਯੂਨੀਵਰਸਿਟੀਆਂ ਬੰਦ ਨਾ ਹੋਣ, ਕਾਲਜ ਬੰਦ ਨਾ ਹੋਣ, +2 ਤੋਂ ਬਾਅਦ ਬੱਚੇ ਬਾਹਰ ਨਾ ਜਾਣ, ਇੱਥੇ ਪੜ੍ਹਨ? ਦੇਖੋ ਜੀ, ਹਰੇਕ ਬੰਦਾ ਚਾਹੁੰਦਾ ਕਿ ਉਹਦਾ ਜਿਹੜਾ ਭਵਿੱਖ ਹੈ ਉਹ ਵਧੀਆ ਹੋਵੇ, ਚਾਹੇ ਮੈਂ ਹਾਂ ਚਾਹੇ ਕੋਈ ਹੋਰ ਹੈ। ਕੋਈ ਵੀ ਬੱਚਾ ਪੜ੍ਹਦਾ, ਕੋਈ ਵੀ ਨੌਜਵਾਨ ਆ ਜਿਹੜਾ ਵਿੱਦਿਆ ਪ੍ਰਾਪਤ ਕਰਦਾ ਹੈਗਾ, ਉਹਨੂੰ ਇਹ ਹੁੰਦਾ ਕਿ ਮੇਰਾ ਜਿਹੜਾ ਭਵਿੱਖ ਹੈ ਜਾਂ ਮੇਰਾ ਫਿਊਚਰ ਹੈ ਉਹ ਸਿਕਿਉਰ ਹੋਵੇ। ਪਰ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਭਵਿੱਖ ਹੈ ਉਹ ਇੱਥੇ ਉਜਵਲ ਨਹੀਂ ਹੈਗਾ, ਸਾਡਾ ਭਵਿੱਖ ਹੈ ਜਿਹੜਾ ਹੁਣ ਹਨੇਰੇ 'ਚ ਹੈ, ਉਦੋਂ ਹੀ ਇਸ ਤਰ੍ਹਾਂ ਦਾ ਜਿਹੜਾ ਕਦਮ ਹੈ ਉਹ ਬੱਚੇ ਚੁੱਕਦੇ ਆ ਕਿ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ। ਸਲਾਹ ਤਾਂ ਇਹੀ ਹੈ ਕਿ ਉਹ ਬਾਹਰ ਨਾ ਜਾਣ, ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ। ਪਰ ਉਹ ਕਿਵੇਂ ਪਾਉਣਗੇ ਜਦੋਂ ਸਰਕਾਰ ਜਿਹੜੀ ਉਹਨਾਂ ਨੂੰ ਬਣਦਾ ਜਿਹੜਾ ਉਹਨਾਂ ਦਾ ਮਿਹਨਤਾਨਾ ਨਹੀਂ ਦੇ ਰਹੀ, ਉਹਨਾਂ ਨੂੰ ਬਣਦਾ ਜਿਹੜਾ ਉਹ ਜਿਹੜੀ ਉਹਨਾਂ ਦੀ ਪਲੇਸ ਬਣਦੀ ਹੈਗੀ, ਜਿਹੜੀ ਉਹਨਾਂ ਦੀ ਜਗ੍ਹਾ ਬਣਦੀ ਹੈ ਉਹ ਸਰਕਾਰ ਦੇਣ 'ਚ ਨਹੀਂ ਆਉਂਦੀ, ਤਾਂ ਉਹ ਕੀ ਕਰਨਗੇ? ਉਹਨਾਂ ਦੀ ਇੱਕੋ ਹੀ ਕਰਾਰ ਰਹਿ ਜਾਂਦਾ ਕਿ ਅਸੀਂ ਆਈਲੈਟਸ ਕਰੀਏ, ਬਾਹਰ ਜਾਈਏ ਤੇ ਬਾਹਰ ਜਾ ਕੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰੀਏ। ਤੁਸੀਂ ਕਿਤੇ ਨਾ ਕਿਤੇ ਪਿੰਡ ਦੇ ਵਿੱਚ ਬੱਚਿਆਂ ਨੂੰ ਕਹਿੰਦੇ ਹੋ ਬੱਚਿਓ ਪੜ੍ਹ ਲਓ, ਜਵਾਕੋ ਪੜ੍ਹ ਲਓ, ਕੰਮ ਆਊਗਾ। ਮਾਪੇ ਆਮ ਹੀ ਕਹਿੰਦੇ, ਬਜ਼ੁਰਗ ਆਮ ਹੀ ਕਹਿੰਦੇ ਹੁੰਦੇ ਆ, ਤੁਸੀਂ ਵੀ ਕਹਿੰਦੇ ਹੋਵੋਗੇ, ਅੱਗੋਂ ਫਿਰ ਜਵਾਬ ਕੀ ਮਿਲਦਾ? ਦੇਖੋ ਜੀ, ਬੱਚੇ ਆ ਜਿਹੜੇ ਹੁਣ ਫਿਰਦੇ ਆ ਰਸਤੇ ਦੇ ਵਿੱਚ ਮਿਲਦੇ ਆ, ਹੁਣ ਉਹਨਾਂ ਨੂੰ ਇਹ ਗੱਲ ਕਹਿਣ ਨੂੰ ਜੀ ਨਹੀਂ ਕਰਦਾ ਕਿ ਪੜ੍ਹ ਲਓ ਕੁਛ ਬਣ ਜਾਓਗੇ। ਤੇ ਜਦੋਂ ਇਸ ਤਰ੍ਹਾਂ ਦਾ ਕਿਸੇ ਨੂੰ ਪਹਿਲਾਂ ਸਵਾਲ ਕਰੀਦਾ ਸੀ ਤੇ ਵੀ ਬੱਚਿਓ ਤੁਸੀਂ ਪੜ੍ਹ ਲਓ, ਤੁਹਾਡੀ ਜ਼ਿੰਦਗੀ ਬਣ ਜਾਊ, ਤਾਂ ਅੱਗੇ ਤੋਂ ਇੱਕ ਛੋਟੀ ਜਿਹੀ ਉਮਰ ਦਾ ਬੱਚਾ ਵੀ ਇਹ ਉੱਤਰ ਦੇ ਕੇ ਚੱਲ ਜਾਂਦਾ ਸੀ ਕਿ ਤੁਸੀਂ ਪਹਿਲਾਂ ਪੜ੍ਹ ਰਹੇ ਹੋ, ਤੁਸੀਂ ਕਿਹੜਾ ਮਾਸਟਰ ਲਾ ਕੇ, ਤੁਸੀਂ ਵੀ ਤਾਂ ਐਵੇਂ ਫਿਰਦੇ ਹੋ। ਤਾਂ ਫਿਰ ਅਸੀਂ ਕਿਸ ਸੋਚ ਨੂੰ ਲੈ ਕੇ ਜਾਂ ਕਿਸ ਚੀਜ਼ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਕਹੀਏ ਕਿ ਬੱਚਿਓ ਪੜ੍ਹੋ, ਪੜ੍ਹ ਕੇ ਤੁਹਾਡਾ ਜਿਹੜਾ ਭਵਿੱਖ ਆ ਉਹ ਚੰਗਾ ਹੋਊਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਉਹ ਸਾਹਮਣਾ ਕਰਨਾ ਪੈਂਦਾ ਹੈਗਾ। ਇਸ ਤੋਂ ਇਲਾਵਾ ਹੋਰ ਵੀ ਟੌਟ ਆ ਜਿਹੜੇ ਸਾਨੂੰ ਬਹੁਤ ਜ਼ਿਆਦਾ ਟੌਟ ਆ ਜਿਹੜੇ ਜਾਂ ਮਿਹਣਿਆਂ ਦੇ ਆਪਾਂ ਮੰਨ ਲਈਏ ਕਿ ਉਹ ਸਾਨੂੰ ਸਹਿਣੇ ਪੈਂਦੇ ਆ। ਅੱਜ ਝੋਨਾ ਲਾ ਰਹੇ ਹੋ, ਝੋਨਾ ਲਾਉਂਦੇ ਨੂੰ ਬੜੇ ਲੋਕ ਛੇੜਦੇ ਹੋਣਗੇ,
ਮਾਸਟਰ ਜੀ ਝੋਨਾ ਲਾਈ ਜਾਂਦੇ ਹੋ, ਮੂੰਹ ਬਲੇਟਿਆ ਕਿਉਂ? ਕੁਰਸੀ ਤੇ ਨਹੀਂ ਬੈਠਾ ਗਿਆ, ਬੜੀਆਂ ਗੱਲਾਂ ਕਰਦੇ ਹੁਣ ਕੀ ਜਵਾਬ ਆਉਂਦਾ ਫਿਰ ਅੱਗੋਂ? ਇਹ ਦੇਖੋ ਜੀ, ਜਵਾਬ ਤਾਂ ਹੁਣ ਕਿਉਂਕਿ ਹਾਲਤ ਹੀ ਇਹੋ ਜਿਹੀ ਬਣੀ ਹੋਈ ਹੈ ਤਾਂ ਜਵਾਬ ਤਾਂ ਕੀ ਦੇਣਾਗਾ। ਤੇ ਬਸ ਇੱਕ ਜਦੋਂ ਤੀਰ ਮਾਰਨ ਵਾਲੀ ਜਾਂ ਤਲਵਾਰ ਮਾਰਨ ਵਾਲੀ ਗੱਲ ਹੋ ਜਾਂਦੀ ਹੈ, ਜਦੋਂ ਕੋਈ ਕੋਲ ਦੀ ਜਾਂਦਾ ਤੇ ਛੇੜ ਕੇ ਟੱਪਦਾ ਕਿ ਮਾਸਟਰ ਜੀ ਕੀ ਹਾਲ ਹੈ, ਤਾਂ ਜਦੋਂ ਮਾਸਟਰ ਜੀ ਕਹਿੰਦੇ ਇੱਕ ਵਾਰੀ ਦਿਲ 'ਚ ਖਿੱਚ ਜੀ ਪੈਂਦੀ ਹੈ ਕਿ ਦੇਖੋ, ਜੇ ਅਸੀਂ ਇੱਥੇ ਫਿਰਦੇ ਹਾਂ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਇੱਥੇ ਫਿਰਦੇ ਹਾਂ, ਤਾਂ ਹੀ ਸਾਨੂੰ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਪੈਂਦੀਆਂ ਨੇ। ਜੇ ਸਰਕਾਰ ਸਾਡੇ ਯੋਗਤਾ ਦੇ ਆਧਾਰ 'ਤੇ ਸਾਨੂੰ ਰੁਜ਼ਗਾਰ ਦਿੰਦੀ ਤਾਂ ਹੋ ਸਕਦਾ ਅਸੀਂ ਵੀ ਰੁਜ਼ਗਾਰ ਆ ਜਿਹੜਾ ਉਹ ਕਿਸੇ ਰੁਜ਼ਗਾਰ 'ਤੇ ਲੱਗੇ ਹੁੰਦੇ, ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਨਾ ਮਿਲਦੀਆਂ। ਇਹ ਨਹੀਂ ਕਹਿੰਦੇ ਕਿ ਅਸੀਂ ਮਿਹਨਤ ਕਰਦੇ ਹਾਂ ਸਾਡੇ ਲਈ ਸ਼ਰਮ ਦੀ ਗੱਲ ਹੈ, ਨਹੀਂ। ਸਾਡੇ ਜਿਹੜੇ ਗੁਰੂ ਪੀਰ ਹੈ ਉਹ ਵੀ ਇਹੀ ਸਮਝਾਉਂਦੇ ਆ ਕਿ ਕਿਰਤ ਕਰੋ, ਵੰਡ ਛਕੋ। ਅਸੀਂ ਉਹਨਾਂ ਦੇ ਫਲਸਫੇ ਨੂੰ ਮੁੱਖ ਰੱਖ ਕੇ ਆਪਣੇ ਜਿਹੜੇ ਦਸਾਂ ਨੌਹਾਂ ਦੀ ਕਮਾਈ ਕਰਕੇ ਖਾਂਦੇ ਹਾਂ, ਪਰੰਤੂ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਕਿ ਅਸੀਂ ਜਿਹੜੇ 15-20 ਸਾਲ ਜਿਹੜੇ ਪੜ੍ਹਾਈ ਦੇ ਉੱਪਰ ਗਾਲੇ ਆ, ਤਾਂ ਸਾਡਾ ਉਹਦਾ ਵੀ ਮੁੱਲ ਹੈ ਜਿਹੜਾ ਉਹ ਮਿਲਣਾ ਚਾਹੀਦਾ ਹੈਗਾ। ਮਾਸਟਰ ਜੀ, ਜਦੋਂ ਆਪਾਂ ਸਕੂਲ ਕਾਲਜਾਂ 'ਚ ਪੜ੍ਹਦੇ ਹਾਂ ਤਾਂ ਇੱਕੋ ਸੋਚ ਹੁੰਦੀ ਹੈ ਕਿ ਮੈਂ ਪਾਸ ਹੋ ਜਾਂ, ਮੇਰੇ ਹੱਥ 'ਚ ਮੇਰਾ ਸਰਟੀਫਿਕੇਟ ਲੱਗ ਜੀ। ਤੁਹਾਡੇ ਹੱਥ 'ਚ ਸਰਟੀਫਿਕੇਟ ਲੱਗ ਗਿਆ, ਡਿਗਰੀਆਂ ਆ ਗਈਆਂ, ਸੁਪਨਾ ਤੁਹਾਡਾ ਪੂਰਾ ਨਹੀਂ ਹੋਇਆ। ਸੁਪਨਾ ਤੁਹਾਡਾ ਉਹ ਪੂਰਾ ਹੋ ਗਿਆ, ਤੁਹਾਡੇ ਹੱਥ 'ਚ ਸਰਟੀਫਿਕੇਟ ਆ ਗਿਆ, ਡਿਗਰੀਆਂ ਮਿਲ ਗਈਆਂ, ਪਰ ਟੀਚਰ ਬਣਨ ਵਾਲਾ, ਮਾਸਟਰ ਬਣਨ ਵਾਲਾ ਸੁਪਨਾ ਪੂਰਾ ਨਹੀਂ ਹੋਇਆ। ਜੇ ਤੁਹਾਡਾ ਸੁਪਨਾ ਪੂਰਾ ਨਹੀਂ ਹੁੰਦਾ ਤਾਂ ਕੀ ਕਰੋਗੇ? ਦੇਖੋ ਜੀ, ਇੱਕ ਲੋਅਰ ਫੈਮਿਲੀ ਨਾਲ ਮੈਂ ਸੰਬੰਧ ਰੱਖਦਾ, ਬਿਲੋਂਗ ਕਰਦਾਗਾ, ਤਾਂ ਸਿੱਧੀ ਜੀ ਗੱਲ ਹੈ ਕਿ ਜੇ ਇਸ ਤਰ੍ਹਾਂ ਦੀ ਜਿਹੜਾ ਸਾਡਾ ਸੁਪਨਾ, ਕੋਸ਼ਿਸ਼ ਤਾਂ ਕਰਾਂਗੇ, ਤੇ ਸਾਡੀ ਯੂਨੀਅਨ ਹੈ ਜਿਹੜੀ ਉਹ ਵੀ ਸੰਘਰਸ਼ ਕਰ ਰਹੀ ਹੈ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ। ਜਿੰਨਾ ਟਾਈਮ ਸਰਕਾਰ ਹੈ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨਦੀ, ਸਾਡੇ ਜਿਹੜੇ ਪੜ੍ਹੇ ਲਿਖੇ ਵਰਗ ਹੈ ਉਹਨੂੰ ਨੌਕਰੀ ਦੇ ਉੱਪਰ ਜਾਂ ਰੁਜ਼ਗਾਰ ਦੇ ਉੱਪਰ ਨਹੀਂ ਲਗਾਉਂਦੀ, ਅਸੀਂ ਉਹਨਾਂ ਟਾਈਮ ਸੰਘਰਸ਼ ਕਰਦੇ ਰਹਾਂਗੇ। ਪਰੰਤੂ ਫਿਰ ਵੀ ਚਲੋ ਇੱਕ ਵਾਰ ਇਹ ਮੰਨ ਲੈਂਦੇ ਹਾਂ ਕਿ ਜੇ ਨਹੀਂ ਅਸੀਂ ਮਾਸਟਰ ਲੱਗ ਸਕੇ ਜਾਂ ਆਪਣੀ ਯੋਗਤਾ ਦੇ ਅਨੁਸਾਰ ਅਸੀਂ ਕੋਈ ਨੌਕਰੀ ਪ੍ਰਾਪਤ ਨਾ ਕਰ ਸਕੇ, ਤਾਂ ਸਾਡੇ ਕੋਲ ਤਾਂ ਇੱਕੋ ਹੀ ਆਪਸ਼ਨ ਰਹਿ ਜਾਂਦਾ ਕਿ ਮਜ਼ਦੂਰੀ ਕਰਨਾ। ਪਹਿਲਾਂ ਵੀ ਮਜ਼ਦੂਰੀ ਕਰ ਰਹੇ ਹਾਂ, ਮਜ਼ਦੂਰੀ ਕਰਕੇ ਅਸੀਂ ਨੇ ਪੜ੍ਹਾਈ ਹੈ ਜਿਹੜੀ ਆਪਣੀ ਪੂਰੀ ਕੀਤੀ ਹੈ, ਉਸ ਤੋਂ ਬਾਅਦ ਹੁਣ ਵੀ ਮਜ਼ਦੂਰੀ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਵੀ ਫਿਰ ਮਜ਼ਦੂਰੀ ਹੈ ਸਾਡੇ ਕੋਲ ਇੱਕ ਜਿਹੜਾ ਵਸੀਲਾ ਹੋ ਰਹਿ ਜਾਊਗਾ। ਜੀ ਮਾਸਟਰ ਜੀ, ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ, ਚਾਹੇ ਕਿਸੇ ਵੀ ਧਰਮ ਦੇ ਨਾਲ, ਕਿਸੇ ਵੀ ਕਾਸਟ ਦੇ ਨਾਲ ਸੰਬੰਧ ਰੱਖਦੇ ਹੋਣ, ਕੀ ਮੈਸੇਜ ਕੀ ਦੇਣਾ ਚਾਹੁੰਦੇ ਜਿਹੜੇ ਪੜ੍ਹ ਰਹੇ ਆ? ਦੇਖੋ ਜੀ, ਪੜ੍ਹਨਾ ਕੋਈ ਹਰ ਇੱਕ ਮਾਸਟਰ ਹੈ ਜਾਂ ਟੀਚਰ ਹੈ ਕੋਈ ਵੀ, ਉਹ ਇਹ ਨਹੀਂ ਕਹੂਗਾ ਕਿ ਪੜ੍ਹਨਾ ਗਲਤ ਹੈ। ਬੱਚਿਆਂ ਨੂੰ ਪੜ੍ਹਨਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਹਰੇਕ ਬੰਦਾ ਜਿਹੜਾ ਮਿਹਨਤ ਦੇ ਨਾਲ ਹੀ ਬਣਦਾ ਹੈਗਾ। ਠੀਕ ਹੈ, ਸਾਰੇ ਬੱਚਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਪਰੰਤੂ ਨਾਲ ਦੀ ਨਾਲ ਇਹ ਵੀ ਇੱਕ ਟੀਚਾ ਜਿਹੜਾ ਆਪਣਾ ਮਿੱਥ ਕੇ ਚੱਲਣਾ ਚਾਹੀਦਾ ਹੈ। ਭਾਵੇਂ ਉਹ ਟੀਚੇ ਦੇ ਲਈ ਤੁਹਾਨੂੰ ਕਿੰਨੀ ਵੀ ਮਿਹਨਤ ਕਰਨੀ ਪਵੇ, ਚਾਹੇ ਕਿੰਨੀਆਂ ਵੀ ਮੁਸ਼ਕਲਾਂ ਦੇ ਵਿੱਚੋਂ ਦੀ ਲੰਘਣਾ ਪਵੇ, ਤੁਹਾਨੂੰ ਇੱਕ ਟੀਚਾ ਮਿੱਥ ਕੇ ਚੱਲਣਾ ਚਾਹੀਦਾ ਕਿ ਤੁਸੀਂ ਉਸ ਟਾਰਗੇਟ ਦੇ ਉੱਪਰ ਉਸ ਗੋਲ ਨੂੰ ਅਚੀਵ ਹੈ ਜਿਹੜਾ ਉਹ ਕਰਨਾ ਹੈਗਾ। ਬਿਲਕੁਲ, ਟੀਚਾ ਮਿੱਥ ਕੇ ਚੱਲਣਾ ਚਾਹੀਦਾ। ਮਾਸਟਰ ਜੀ, ਸਰਕਾਰ ਅੱਗੇ ਕੀ ਅਪੀਲ ਕਰਦੇ ਹੋ? ਵੈਸੇ ਤਾਂ ਤੁਸੀਂ ਸੰਘਰਸ਼ ਬਹੁਤ ਲੰਮਾ ਕਰ ਰਹੇ ਹੋ, 60,000 ਸਾਥੀ ਹੈ ਤੁਹਾਡੇ, ਲਗਾਤਾਰ ਕੋਈ ਟੈਂਕੀਆਂ ਤੇ ਚੜ੍ਹ ਰਿਹਾ, ਕੋਈ ਰੋਡਾਂ ਤੇ ਖੜ ਰਿਹਾ, ਕੋਈ ਰੋਡ ਰੋਕ ਰਿਹਾ, ਕੋਈ ਧਰਨਾ ਕਰ ਰਿਹਾ, ਕੋਈ ਪ੍ਰਦਰਸ਼ਨ ਕਰ ਰਿਹਾ, ਪਰ ਤੁਸੀਂ ਕੀ ਅਪੀਲ, ਬੇਨਤੀ ਕਰਨਾ ਚਾਹੁੰਦੇ ਹੋ ਸਰਕਾਰ ਨੂੰ? ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਪੜ੍ਹੇ ਲਿਖੇ ਵਰਗ ਹੈਗਾ, ਜਿਹੜੇ ਸਾਡੇ ਖਾਸ ਕਰਕੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਜਿੰਨੇ ਵੀ ਸਾਡੇ ਨੌਜਵਾਨ ਹੈ, ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਹੈ, ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਬਣਦਾ ਜਿਹੜਾ ਉਹਨਾਂ ਦਾ ਹੱਕ ਦਿੱਤਾ ਜਾਣਾ ਚਾਹੀਦਾ। ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇਗੀਆਂ ਉਹਨਾਂ ਨੂੰ ਮੰਨਣਾ ਚਾਹੀਦਾ, ਕਿਉਂਕਿ ਇਹ ਕੋਈ ਨਜਾਇਜ਼ ਮੰਗਾਂ ਨਹੀਂ ਹੈਗੀਆਂ। ਹਰੇਕ ਬੰਦਾ ਮਿਹਨਤ ਕਰਦਾ, ਮਿਹਨਤ ਕਰਨ ਤੋਂ ਬਾਅਦ ਆਪਣਾ ਰੁਜ਼ਗਾਰ ਹੈ ਜਿਹੜਾ ਮੰਗਦਾ ਹੈਗਾ। ਇਹ ਜਾਇਜ਼ ਮੰਗਾਂ ਨੇ। ਸਰਕਾਰ ਨੇ ਜਿਹੜਾ ਕ੍ਰਾਈਟੇਰੀਆ ਰੱਖਿਆ ਹੋਇਆ ਸੀ, ਸਾਰਾ ਉਹ ਕ੍ਰਾਈਟੇਰੀਆ ਕਲੀਅਰ ਕਰਦੇ ਨੇ ਕਿ ਸਾਰੇ ਨੌਜਵਾਨ ਸਾਥੀ ਨੇ ਜਿਹੜੇ ਮੇਰੇ, ਸਾਡੀ ਯੂਨੀਅਨ ਦੇ ਜਿੰਨੇ ਵੀ ਸਾਥੀ ਨੇਗੇ, ਸਰਕਾਰ ਨੂੰ ਆ ਜਿਹੜੀਆਂ ਸਾਡੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ, ਅਤੇ ਉਹਨਾਂ ਦੀ ਯੋਗਤਾ ਦੇ ਅਨੁਸਾਰ ਆ ਜਿਹੜਾ ਉਹਨਾਂ ਨੂੰ ਰੁਜ਼ਗਾਰ ਹੈ ਉਹ ਦੇਣਾ ਚਾਹੀਦਾ ਹੈ, ਤਾਂ ਕਿ ਅਸੀਂ ਵੀ ਸਕੂਲਾਂ ਦੇ ਵਿੱਚ ਜਾ ਕੇ ਦੇਸ਼ ਦੀ ਉન્નਤੀ ਦੇ ਵਿੱਚ ਅਤੇ ਆਪਣੇ ਪੰਜਾਬ ਸੂਬੇ ਦੀ ਉન્નਤੀ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਸਕੀਏ ਅਤੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਪ੍ਰਦਾਨ ਕਰ ਸਕੀਏ। ਜੀ ਬਿਲਕੁਲ, ਬਹੁਤ ਬਹੁਤ ਮਿਹਰਬਾਨੀ ਮਾਸਟਰ ਜੀ। ਤਾਂ ਦਰਸ਼ਕੋ, ਇਹ ਸੀ ਮਾਸਟਰ ਅਮਰਤਪਾਲ ਜੀ, ਜੋ ਟੀਚਰ ਨੇ, ਜਿਨ੍ਹਾਂ ਟੈਂਟ ਪਾਸ ਕੀਤਾ, ਪੜ੍ਹਾਈ ਲੰਮਾ ਸਮਾਂ ਕੀਤੀ ਆ, ਜ਼ਿੰਦਗੀ ਦੇ 18 ਸਾਲ ਇਹਨਾਂ ਨੇ ਪੜ੍ਹਾਈ 'ਤੇ ਲਾਏ ਆ। ਵੱਡੇ ਸੁਪਨੇ ਬੁਣੇ ਸੀ ਕਿ ਮੈਂ ਪੜ੍ਹ ਲਿਖ ਕੇ ਗਿਆਨ ਦੀ ਤੀਜੀ ਅੱਖ ਖੋਲ੍ਹਾਂਗਾ, ਬੱਚਿਆਂ ਨੂੰ ਪੜ੍ਹਾਵਾਂਗਾ, ਸਕੂਲ 'ਚ ਟੀਚਰ ਲੱਗਾਂਗਾ, ਸਾਡੇ ਦੇਸ਼ ਦੇ ਪੰਜਾਬ ਦੀ ਬਿਹਤਰੀ ਲਈ ਮੈਂ ਕੰਮ ਕਰਾਂਗਾ। ਮੇਰੇ ਤੋਂ ਬੱਚੇ ਪੜ੍ਹ ਲਿਖ ਕੇ ਕੋਈ ਵੱਡੇ ਆਫੀਸਰ ਬਣਨਗੇ, ਵੱਡੇ ਅਹੁਦਿਆਂ 'ਤੇ ਜਾਣਗੇ, ਤਾਂ ਉਹ ਵੀ
ਆਪਣੇ ਜਿਹੜੇ ਚੰਗੀ ਜ਼ਿੰਦਗੀ ਬਸਰ ਕਰ ਸਕਣਗੇ। ਪਰ ਵੱਡੇ ਸੁਪਨੇ ਅਗਲੀ ਪੀੜ੍ਹੀ ਵਾਸਤੇ ਬੁਣੇ ਸੀ, ਆਪਣੇ ਸੁਪਨੇ ਜਿਹੜੇ ਅੰਮ੍ਰਿਤਪਾਲ ਹੋਣਾ ਦੇ ਚਕਨਾਚੂਰ ਹੋ ਗਏ। ਹੱਥ 'ਚ ਡਿਗਰੀਆਂ ਫੜੀ ਫਿਰਦੇ ਆ, ਕਹਿੰਦੇ ਡੰਗ ਦੀ ਰੋਟੀ ਨਹੀਂ ਪੱਕਦੀ। ਅੱਜ ਖੇਤਾਂ 'ਚ ਤੱਤੇ ਪਾਣੀ, ਗਰਮ ਪਾਣੀ, ਤਪਦੀ ਧੁੱਪ 'ਚ ਝੋਨਾ ਲਾਉਣ ਲਈ ਮਜਬੂਰ ਹੈ। ਸਰਕਾਰ ਅੱਗੇ ਗੁਹਾਰ ਲਾਉਂਦੇ ਨੇ ਕਿ ਸਾਡੀ ਯੋਗਤਾ ਅਨੁਸਾਰ ਸਾਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ। ਔਰ ਲੰਮੇ ਸਮੇਂ ਤੋਂ 60,000 ਤੋਂ ਵਧੇਰੇ ਇਸ ਦੇ ਸਾਥੀ ਹੈ ਜਿਹੜੇ ਸਰਕਾਰਾਂ ਅੱਗੇ ਹਾੜੇ ਕੱਢ ਰਹੇ ਨੇ, ਸੰਘਰਸ਼ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਸਰਕਾਰ ਜਲਦ ਇਹਨਾਂ ਦੀ ਯੋਗਤਾ ਅਨੁਸਾਰ ਇਹਨਾਂ ਨੂੰ ਨੌਕਰੀ ਜ਼ਰੂਰ ਦੇਊਗੀ। ਇਹ ਦਰ ਦੀਆਂ ਠੋਕਰਾਂ ਨਹੀਂ ਖਾਣਗੇ। ਆਉਣ ਵਾਲੀ ਪੀੜ੍ਹੀ ਦਾ ਹੌਸਲਾ ਇਹਨਾਂ ਦੀ ਤਰ੍ਹਾਂ ਨਹੀਂ ਟੁੱਟੂਗਾ। ਸਾਡੇ ਬੱਚੇ, ਸਾਡਾ ਯੂਥ ਵਿਦੇਸ਼ ਨੂੰ ਨਹੀਂ ਭੱਜੂਗਾ। ਸਾਡੀ ਸਰਕਾਰ ਜ਼ਰੂਰ ਇਹਨਾਂ ਬੱਚਿਆਂ ਬਾਰੇ, ਇਸ ਪੜ੍ਹੇ ਲਿਖੇ ਮਾਸਟਰਾਂ ਬਾਰੇ, ਟੀਚਰਾਂ ਬਾਰੇ ਜ਼ਰੂਰ ਸੋਚੇਗੀ। ਸੋ ਅੱਜ ਲਈ ਬਸ ਇੰਨਾ ਹੀ। ਜੇਕਰ ਤੁਹਾਡੇ ਧਿਆਨ ਦੇ ਵਿੱਚ ਦਰਸ਼ਕੋ ਕੋਈ ਅਜਿਹਾ ਮਸਲਾ ਹੁੰਦਾ ਹੈ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਲਿਜਾ ਸਕਦੇ ਹਾਂ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 9872 83334। ਇੱਕ ਵਾਰ ਫਿਰ ਸਾਡਾ ਨੰਬਰ ਨੋਟ ਕਰੋ 9872 83334 ਨੰਬਰ ਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।